ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਅੱਜ ਅਸੀਂ ਨਜ਼ਰ ਪਾਵਾਂਗੇ ਕੈਨੇਡਾ ਪੜ੍ਹ ਦੇ ਵਿੱਚ NRIs ਦੀਆਂ ਖਾਸ ਸਰਗਰਮੀਆਂ ਤੇ। ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਐਪੀਸੋਡ ਦੀ। ਕੈਨੇਡਾ ਭਰ ਦੇ ਵਿੱਚ ਕੋਵਿਡ-19 ਦੇ 3 ਲੱਖ ਦੇ ਕਰੀਬ ਕੇਸਿਸ ਕਨਫਰਮ ਹੋ ਚੁੱਕੇ ਨੇ ਅਤੇ 10,000 ਤੋਂ ਉੱਪਰ ਡੈਥਸ ਰਿਪੋਰਟ ਹੋ ਚੁੱਕੀਆਂ ਹਨ। ਗਲੋਬਲ ਪੈਂਡੈਮਿਕ ਦੇ ਚੱਲਦਿਆਂ ਵੱਖ-ਵੱਖ ਪੱਧਰ ਦੀਆਂ ਸਰਕਾਰਾਂ ਅਤੇ ਸਿਹਤ ਅਧਿਕਾਰੀਆਂ ਵੱਲੋਂ ਹੈਲਥ ਗਾਈਡਲਾਈਨਸ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ 26 ਸਾਲਾ ਮੈਡੀਕਲ ਸਟੂਡੈਂਟ ਸੁਖਮੀਤ ਸੱਚਲ ਵੱਲੋਂ ਇਹ ਜਾਣਕਾਰੀ ਪੰਜਾਬੀ ਦੇ ਵਿੱਚ ਮੁਹੱਈਆ ਕਰਵਾਈ ਜਾ ਰਹੀ ਹੈ। ਸੁਖਮੀਤ ਸੱਚਲ ਨੂੰ ਇਸ ਲਈ ਪ੍ਰੇਰਨਾ ਕਿੱਥੋਂ ਮਿਲੀ, ਇਸ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸੁਖਮੀਤ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PDC ਪੰਜਾਬੀ ਤੇ। Thank you so much for having me. ਸੁਖਮੀਤ, ਤੁਹਾਡੇ ਵੱਲੋਂ ਕੋਵਿਡ-19 ਸਿੱਖ ਗੁਰਦੁਆਰਾ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਗਈ ਹੈ। ਇਟਸ ਅ ਵੈਰੀ ਗੁੱਡ ਇਨੀਸ਼ੀਏਟਿਵ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਇਸ ਪ੍ਰੋਜੈਕਟ ਬਾਰੇ ਤੁਹਾਨੂੰ ਕਿਸ ਤਰ੍ਹਾਂ ਪ੍ਰੇਰਨਾ, ਕਿਸ ਤਰ੍ਹਾਂ ਇਨਕਰੇਜਮੈਂਟ ਮਿਲੀ? ਹਾਂਜੀ, ਸ਼ੁਰੂ ਹੋਇਆ ਸੀ ਜਦੋਂ ਮੈਂ ਗੁਰਦੁਆਰਾ ਇੱਕ ਦਿਨ ਗਿਆ ਸੀ ਤੇ ਮੈਂ ਉੱਥੇ ਵੇਖਿਆ ਕਿ ਜਿਹੜੇ ਬਜ਼ੁਰਗ ਲੋਕ ਜਿਹੜੇ ਅੰਦਰ ਆ ਰਹੇ ਸੀ ਉਹਨਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ ਤੇ ਸਾਇੰਸ ਤੇ ਜਿਹੜੇ ਕੋਵਿਡ-19 ਇਨਫੋਰਮੇਸ਼ਨ ਜਿਹੜੀ ਸਾਨੂੰ ਪਤਾ ਸੀ ਉਸ ਟਾਈਮ ਕਿ ਐਲਡਰਸ ਨੂੰ, ਸਾਡੇ ਬਜ਼ੁਰਗਾਂ ਨੂੰ ਹੋਰ ਇਫੈਕਟ ਹੋ ਸਕਦਾ ਕੋਵਿਡ-19 ਦੇ ਕਾਰਨ। ਸੋ ਇਹ ਮੇਰੇ ਵਾਸਤੇ ਬਿਗ ਕੰਸਰਨ ਹੈਗਾ ਸੀ ਕਿ ਅਸੀਂ ਕੀ ਕਰ ਸਕਦੇ ਹਾਂ ਹੁਣ ਕਿ ਸਾਡੇ ਬਜ਼ੁਰਗਾਂ ਨੂੰ ਵੀ ਪ੍ਰੋਟੈਕਟ ਕਰ ਸਕਦੇ ਹਾਂ ਜਦੋਂ ਉਹ ਗੁਰਦੁਆਰੇ ਆਉਂਦੇ। ਸੋ ਦੈਟਸ ਵੇਅਰ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ। ਸੋ ਮੈਂ ਇੱਕ ਗ੍ਰਾਂਟ ਮਿਲਿਆ ਸੀ ਮੈਨੂੰ ਕਲਿੰਟਨ ਫਾਊਂਡੇਸ਼ਨ ਤੋਂ। ਸੋ ਮੈਂ 2 ਬੱਚਿਆਂ ਨੂੰ ਮਿਲੇ ਸੀ ਕੈਨੇਡਾ ਦੇ ਵਿੱਚ out of 38 from around the world. So I was one of them. ਤੇ ਇਹ ਗ੍ਰਾਂਟ ਦੇ ਨਾਲ ਮੈਨੂੰ ਸਪੋਰਟ ਮਿਲੀ ਸੀ ਕਲਿੰਟਨ ਫਾਊਂਡੇਸ਼ਨ ਤੋਂ ਅਤੇ ਗਵਰਨਮੈਂਟ ਆਫ ਕੈਨੇਡਾ ਦੇ ਸਰਵਿਸ ਕੋਰਪਸ ਨੇ ਵੀ ਮੈਨੂੰ ਗ੍ਰਾਂਟ ਦਿੱਤਾ ਸੀ ਇਹ ਪ੍ਰੋਜੈਕਟ ਸ਼ੁਰੂ ਕਰਨ ਵਾਸਤੇ। ਜੀ ਕਿੰਨੇ ਵੋਲੰਟੀਅਰਸ ਤੁਹਾਡੇ ਨਾਲ ਜੁੜੇ ਹੋਏ ਨੇ? ਹੁਣ ਤੱਕ 100 ਬੱਚੇ ਹੋ ਗਏ ਮੇਰੇ ਆਰਗੇਨਾਈਜੇਸ਼ਨ ਵਿੱਚ ਜਿਹੜੇ ਸਾਰੇ ਸਾਊਥ ਏਸ਼ੀਅਨ ਹੈਗੇ ਤੇ ਮੈਨੂੰ ਬਹੁਤ ਮਾਣ ਹੋ ਗਿਆ ਕਿਉਂਕਿ ਹਮੇਸ਼ਾ ਜਿਹੜੀ ਮੀਡੀਆ ਵਿੱਚ ਜਦੋਂ ਤੁਸੀਂ ਵੇਖਦੇ ਹੋ ਹਮੇਸ਼ਾ ਜਿਹੜੀ ਨੈਗੇਟਿਵ ਚੀਜ਼ ਹੁੰਦੀ ਹੈ ਉਹ ਸਾਊਥ ਏਸ਼ੀਅਨ ਲਾਈਟ ਹੁੰਦੀ ਹੈ। ਸੋ I wanted to change this narrative. So that's why ਜਿਹੜੇ ਮੇਰੇ volunteers ਸਾਰੇ ਹੈਗੇ ਉਹ ਸਾਊਥ ਏਸ਼ੀਅਨ ਕਮਿਊਨਿਟੀ ਦੇ ਹੈਗੇ। ਸਾਨੂੰ ਸਪੋਰਟ ਵੀ ਮਿਲ ਰਿਹਾ ਬਹੁਤ ਜ਼ਿਆਦਾ ਦੂਸਰੀ ਕਮਿਊਨਿਟੀਜ਼ ਤੋਂ ਵੀ, ਲੇਕਿਨ ਮੇਰਾ ਫੋਕਸ ਹੈਗਾ ਕਿ ਅਸੀਂ ਸਾਊਥ ਏਸ਼ੀਅਨ ਬੱਚਿਆਂ ਨੂੰ ਕਿਸ ਤਰ੍ਹਾਂ ਇੰਸਪਾਇਰ ਕਰ ਸਕਦੇ ਹਾਂ ਤੇ ਉਹ ਲੀਡਰਸ ਕਿਸ ਤਰ੍ਹਾਂ ਬਣ ਸਕਦੇ ਆ ਆਪਣੀ ਕਮਿਊਨਿਟੀ ਦੇ ਵਿੱਚ। ਜੀ ਬਹੁਤ ਵਧੀਆ ਸੋਚ ਹੈ ਸੁਖਮੀਤ। ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੀ ਐਜੂਕੇਸ਼ਨ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹੋ? ਇਜ਼ ਇਟ ਵਰਚੁਅਲੀ ਜਾਂ ਫਿਰ ਤੁਸੀਂ ਕੋਈ ਗ੍ਰਾਫਿਕਸ ਯੂਜ਼ ਕਰ ਰਹੇ ਹੋ? ਸੋ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹੋ? ਸੋ ਬਿਫੋਰ ਇਵਨ ਦੈਟ ਜਿਹੜੇ ਵੋਲੰਟੀਅਰਸ ਜਿਹੜੇ ਹੈਗੇ ਆ ਸਾਡੇ, ਮੈਂ ਸਾਰਿਆਂ ਨੂੰ ਟ੍ਰੇਨ ਕੀਤਾ ਹੋਇਆ। ਅਸੀਂ ਫਰੇਜ਼ਰ ਹੈਲਥ ਦੇ ਨਾਲ ਕੰਮ ਕਰ ਰਹੇ ਜਿਹੜੇ ਉਹ ਸਾਨੂੰ ਐਵੀਡੈਂਸ ਬੇਸਡ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਕਿਉਂਕਿ ਅਸੀਂ ਕਿਸੇ ਨੂੰ ਗਲਤ ਇਨਫੋਰਮੇਸ਼ਨ ਨਹੀਂ ਦੇਣਾ ਚਾਹੁੰਦੇ। ਸੋ ਅਸੀਂ ਫਰੇਜ਼ਰ ਹੈਲਥ ਦੇ ਨਾਲ ਕੰਮ ਕਰ ਰਹੇ ਹਾਂ ਤੇ ਉਹ ਸਾਨੂੰ ਇਨਫੋਰਮੇਸ਼ਨ ਦੇ ਰਹੇ। ਸੋ ਜਿਹੜੀ ਇਨਫੋਰਮੇਸ਼ਨ ਉਹ ਮੈਨੂੰ ਦੇ ਰਹੇ ਮੈਂ ਫਿਰ ਵੋਲੰਟੀਅਰਸ ਨੂੰ ਸਿਖਾਉਣਾ। ਸੋ ਅਸੀਂ ਜ਼ੂਮ ਤੇ ਮੀਟਿੰਗ ਰੱਖਦੇ ਹਾਂ ਜਿਹੜੇ ਸਾਰੇ ਵੋਲੰਟੀਅਰਸ ਹੈਗੇ ਆ ਉਹਨਾਂ ਨੂੰ ਮੈਂ ਸਿਖਾ ਰਿਹਾ ਕਿ ਤੁਸੀਂ ਜਦੋਂ ਗੁਰਦੁਆਰੇ ਵਿੱਚ ਜਾਣਾ ਤੁਸੀਂ ਕਿਸ ਤਰ੍ਹਾਂ ਬਜ਼ੁਰਗਾਂ ਨਾਲ ਜਾਂ ਜੋ ਵੀ ਜਿਹੜੇ ਬੰਦੇ ਆਉਂਦੇ ਆ ਗੁਰਦੁਆਰੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਗੱਲ ਕਰਨੀ ਹੈ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਮਾਸਕ ਖਾਣਾ ਪਾਣਾ, ਉਹਨਾਂ ਨੂੰ ਕਿਸ ਤਰ੍ਹਾਂ ਹੱਥ ਧੋਣੇ ਜਿਹੜੇ ਉਹ ਬਹੁਤ ਸਿੰਪਲ ਚੀਜ਼ਾਂ ਲੱਗਦੀਆਂ ਲੇਕਿਨ ਬਹੁਤ ਲੋਕਾਂ ਨੂੰ ਇਹ ਪਤਾ ਨਹੀਂ। ਸੋ ਦੈਟਸ ਵਾਈ ਅਸੀਂ ਇਹ ਸ਼ੁਰੂ ਕੀਤਾ ਸੀ। ਸੋ ਹੁਣ ਜਦੋਂ ਗੁਰਦੁਆਰੇ ਵਿੱਚ ਆਉਂਦੇ ਅਸੀਂ 3 ਚੀਜ਼ਾਂ ਸਿਖਾਉਂਦੇ ਹਾਂ ਸਾਰਿਆਂ ਨੂੰ। ਪਹਿਲੀ ਚੀਜ਼ ਹੈਗੀ ਆਪਣੇ ਹੱਥ ਕਿਸ ਤਰ੍ਹਾਂ ਧੋਣੇ। ਸੋ ਅਗੇਨ ਜਿਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਸੀ ਇਹ ਲੱਗਦਾ ਬਹੁਤ ਸਿੰਪਲ ਹੈਗਾ ਲੇਕਿਨ ਬਹੁਤ ਲੋਕਾਂ ਨੂੰ ਨਹੀਂ ਪਤਾ ਕਿਸ ਤਰ੍ਹਾਂ ਧੋਣੇ। ਸੋ 20 ਸੈਕਿੰਡਸ ਵਾਸਤੇ ਤੁਸੀਂ ਆਪਣੇ ਹੱਥ ਧੋਣੇ ਹੁੰਦੇ, ਤੁਸੀਂ ਆਪਣੇ ਰਿਸਟ ਨੂੰ ਵੀ ਧੋਣਾ ਹੁੰਦਾ ਜਿਹੜੇ ਬਹੁਤ ਲੋਕ ਨਹੀਂ ਕਰਦੇ ਤੇ ਆਪਣੇ ਪਿੱਛੇ ਹੱਥ ਦੇ ਉੱਥੇ ਵੀ ਕਰਨਾ ਹੁੰਦਾ। ਸੋ ਸੋਪ ਲਗਾ ਕੇ ਅਸੀਂ ਸਿਖਾਉਂਦੇ ਹਾਂ ਵੋਲੰਟੀਅਰਸ ਆਪਣੇ ਜਿਹੜੇ ਬਜ਼ੁਰਗਾਂ ਨੂੰ ਜਿਹੜੇ ਅੰਦਰ ਆਉਂਦੇ ਗੁਰਦੁਆਰੇ ਵਿੱਚ ਉਹਨਾਂ ਨੂੰ ਸਿਖਾਉਂਦੇ ਕਿ ਤੁਸੀਂ ਕਿਸ ਤਰ੍ਹਾਂ ਹੱਥ ਧੋਣੇ। ਸੋ ਇਹ ਪਹਿਲੀ ਚੀਜ਼ ਹੈਗੀ ਹੈ। ਸੈਕਿੰਡ ਚੀਜ਼ ਹੈਗੀ ਹੈ ਅਸੀਂ ਮਾਸਕ ਕਿਸ ਤਰ੍ਹਾਂ ਪਾਉਣਾ ਹੁੰਦਾ। ਸੋ ਜਿਹੜੀ ਮੇਰੀ ਪੱਗ ਵੀ ਹੈਗੀ ਹੈ ਜਿਹੜੇ ਰੈਗੂਲਰ ਮਾਸਕ ਹੁੰਦੇ ਤੁਸੀਂ ਪੱਗ ਕੰਨਾਂ ਦੇ ਨਾਲ ਨਹੀਂ ਲਗਾ ਸਕਦੇ। ਸੋ ਅਸੀਂ ਸਪੈਸੀਫਿਕਲੀ ਪੱਗਾਂ ਜਿਹੜੇ ਮਾਸਕ ਹੁੰਦੇ ਆ ਉਹ ਵਾਲੇ ਬਣਾਏ ਹੋਏ ਆ ਜਿਹੜੇ ਸਟ੍ਰਿੰਗਸ ਹੁੰਦੇ ਆ ਅਟੈਚਡ ਤੇ ਪੱਗ ਦੇ ਪਿੱਛੇ ਟਾਈ ਹੋ ਸਕਦੇ। ਸੋ ਜਿਹੜੇ ਹੁਣ ਬਜ਼ੁਰਗਾਂ ਜਾਂ ਕੋਈ ਵੀ ਲੋਕ ਗੁਰਦੁਆਰੇ ਵਿੱਚ ਆਉਂਦੇ ਤੇ ਉਹਨਾਂ ਕੋਲ ਪੱਗ ਹੈਗੀ ਹੈ ਲੇਕਿਨ ਉਹਨਾਂ ਕੋਲ ਮਾਸਕ ਨਹੀਂ ਹੈਗਾ, ਅਸੀਂ ਉਹਨਾਂ ਨੂੰ ਦਿੰਦੇ ਹਾਂ ਮਾਸਕ। ਸੋ ਇਹ ਚੀਜ਼ ਬੜੀ ਅੱਛੀ ਸੀ ਕਿਉਂਕਿ ਫਿਰ ਅਸੀਂ ਸਿਖਾਉਂਦੇ ਹਾਂ ਵੀ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਪਾਉਣਾ ਹੁੰਦਾ ਤੇ ਤੁਸੀਂ ਘਰ ਜਦੋਂ ਜਾਂਦੇ ਹੋ ਤੁਸੀਂ ਕਿਸ ਤਰ੍ਹਾਂ ਉਤਾਰਨਾ ਹੈ, ਤੁਸੀਂ ਕਿਸ ਤਰ੍ਹਾਂ ਧੋਣਾ ਹੈ
ਕਿਉਂਕਿ ਰੀਯੂਜ਼ੇਬਲ ਮਾਸਕ ਹੈਗੇ ਜਿਹੜੇ ਕਲੌਥ ਤੇ ਬਣੇ ਹੋਏ ਹੈ ਸੋ ਤੁਸੀਂ ਫਿਰ ਯੂਜ਼ ਕਰ ਸਕਦੇ ਹੋ ਕਮਿਊਨਿਟੀ ਦੇ ਵਿੱਚ ਤੇ ਜੀ। ਤੀਜੀ ਚੀਜ਼ ਅਸੀਂ ਸਿਖਾਉਂਦੇ ਹੈਗਾ ਫਿਜ਼ੀਕਲ ਡਿਸਟੈਂਸਿੰਗ ਦੇ ਬਾਰੇ ਤੇ ਇਹ ਮੈਨੂੰ ਲੱਗਿਆ ਸਭ ਤੋਂ ਚੈਲੰਜਿੰਗ ਹੈਗਾ ਕਿਉਂਕਿ ਸਾਡੀ ਕਮਿਊਨਿਟੀ ਬਹੁਤ ਚਾਹੁੰਦੇ ਕਿ ਤੁਸੀਂ ਸਾਰੇ ਇਕੱਠੇ ਹੋ ਲੇਕਿਨ ਇਹ ਕੋਵਿਡ-19 ਦੇ ਕਾਰਨ ਤੁਸੀਂ ਨਹੀਂ ਹੋ ਸਕਦੇ ਇਕੱਠੇ ਸੋ ਅਸੀਂ ਪਹਿਲੇ ਸ਼ੁਰੂ ਕੀਤਾ ਸੀ ਕਿ ਗੁਰਦੁਆਰੇ ਦੇ ਵਿੱਚ ਅਸੀਂ ਸਟicker ਲਗਾ ਰਹੇ ਸੀ ਗਰਾਊਂਡ ਦੇ ਉੱਤੇ ਤੇ ਉਹਦੇ ਉੱਤੇ ਲਿਖਿਆ ਸੀ 6 ਫੁੱਟ ਅਪਾਰਟ ਇਨ ਇੰਗਲਿਸ਼ ਐਂਡ ਇਨ ਪੰਜਾਬੀ ਤੇ ਸਾਨੂੰ ਲੱਗਿਆ ਕਿ ਇਹ ਪੰਜਾਬੀ ਦੇ ਕਾਰਨ ਸ਼ਾਇਦ ਲੋਕਾਂ ਸਮਝ ਜਾਣਗੇ ਕਿ 6 ਫੁੱਟ ਕਿੰਨਾ ਹੁੰਦਾ ਹੈ ਲੇਕਿਨ ਇਹ ਨਹੀਂ ਕੰਮ ਹੋਇਆ ਕੋਈ ਵੀ ਨਹੀਂ ਉਹਨੂੰ ਵੇਖ ਰਿਹਾ ਸੀ ਸੋ ਮੈਂ ਫਿਰ ਗਿਆ ਮੈਂ ਆਈਡੀਆ ਕੱਢਿਆ ਕਿ ਅਸੀਂ ਹੁਣ ਕੀ ਕਰ ਸਕਦੇ ਹਾਂ ਕਿ ਲੋਕਾਂ ਇਹ ਤੇ ਸਮਝ ਨਹੀਂ ਰਹੇ ਸੋ ਕਿਸ ਤਰ੍ਹਾਂ ਅਸੀਂ ਕੰਮ ਕਰ ਸਕਦੇ ਹਾਂ ਕਿ ਇਹਨਾਂ ਨੂੰ ਸਿਖਾਈਏ ਸੋ ਮੈਂ ਫਿਰ ਇੱਕ ਦਿਨ ਮੈਂ ਪੱਗ ਟਾਈ ਕਰ ਰਿਹਾ ਸੀ ਮੇਰਾ ਤੇ ਮੈਂ ਵੇਖਿਆ ਕਿ ਮੇਰੀ ਪੱਗ ਹੈਗੀ ਹੈ 6 ਫੁੱਟ ਲੌਂਗ ਸੋ ਫਿਰ ਮੈਨੂੰ ਆਈਡੀਆ ਆਇਆ ਕਿ ਅਸੀਂ ਸਾਡੇ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਸਿਖਾ ਸਕਦੇ ਹਾਂ ਸੋ ਹੁਣ ਜਦੋਂ ਗੁਰਦੁਆਰੇ ਵਿੱਚ ਤੁਸੀਂ ਐਂਟਰ ਹੁੰਦੇ ਹੋ ਇੱਕ ਬੰਦਾ ਹੁੰਦਾ ਉਹ ਆਪਣੀ ਪੂਣੀ ਕਰ ਰਿਹਾ ਪੱਗ ਦੀ ਤੇ ਅਸੀਂ ਹੁਣ ਇੱਕ ਕਾਰਡਬੋਰਡ ਬਾਕਸ ਰੱਖਿਆ ਹੋਇਆ ਉੱਥੇ ਜਿਹੜੀ ਜਦੋਂ ਵੀ ਤੁਸੀਂ ਐਂਟਰ ਹੁੰਦੇ ਗੁਰਦੁਆਰੇ ਦੇ ਵਿੱਚ ਤੁਸੀਂ ਪਹਿਲੀ ਚੀਜ਼ ਜਿਹੜੀ ਵੇਖਦੇ ਹੋ ਹੈਗੀ ਹੈ ਪੂਣੀ ਹੋ ਰਹੀ ਹੈ ਪੱਗ ਦੀ ਤੇ ਪੂਣੀ ਦੀ ਪੱਗ 6 ਫੁੱਟ ਹੈਗੀ ਹੈ ਸੋ ਹੁਣ ਸਾਰੇ ਵੀ ਜਿਹੜੇ ਗੁਰਦੁਆਰੇ ਵਿੱਚ ਆਉਂਦੇ ਉਹਨਾਂ ਨੂੰ ਹੁਣ ਪਤਾ ਹੈ 6 ਫੁੱਟ ਕਿੰਨਾ ਹੁੰਦਾ ਹੈ ਸੋ ਜੇ ਤੁਹਾਨੂੰ ਪੰਜਾਬੀ ਵੀ ਨਹੀਂ ਆਉਂਦੀ ਇੰਗਲਿਸ਼ ਵੀ ਨਹੀਂ ਆਉਂਦੀ ਜਾਂ ਤੁਸੀਂ ਪੜ੍ਹ ਨਹੀਂ ਸਕਦੇ ਲੇਕਿਨ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਫਿਰ ਵੀ ਸਮਝ ਆਏਗੀ ਕਿ 6 ਫੁੱਟ ਕੀ ਹੈਗਾ ਜੀ ਸਰੀ ਦੇ ਵਿੱਚ ਕਿੱਥੇ ਇਹ ਜਾਣਕਾਰੀ ਕਿਹੜੇ ਗੁਰਦੁਆਰਿਆਂ ਦੇ ਵਿੱਚ ਇਹ ਜਾਣਕਾਰੀ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਸੋ ਅਸੀਂ ਸ਼ੁਰੂ ਕੀਤਾ ਹੈ ਇਹ ਪਾਇਲਟ ਪ੍ਰੋਜੈਕਟ ਇਹਦਾ ਮਤਲਬ ਹੈਗਾ ਕਿ ਅਸੀਂ ਵੇਖਣਾ ਚਾਹੁੰਦੇ ਸੀ ਕਿ ਇਹ ਕਾਮਯਾਬ ਹੈਗਾ ਜਾਂ ਨਹੀਂ ਸੋ ਅਸੀਂ ਇੱਕ ਗੁਰਦੁਆਰੇ ਵਿੱਚ ਸ਼ੁਰੂ ਕੀਤਾ ਹੈ ਗੁਰੂ ਨਾਨਕ ਸਿੱਖ ਗੁਰਦੁਆਰਾ ਤੇ ਉੱਥੇ ਦੀ ਜਿਹੜੀ ਗੁਰਦੁਆਰਾ ਟੀਮ ਮੈਨੇਜਮੈਂਟ ਹੈਗੀ ਬਹੁਤ ਸਪੋਰਟਿਵ ਸੀ ਸਾਡੀ ਉਹ ਕਹਿੰਦੇ ਕਿ ਤੁਹਾਡੀ ਫਲੋਰ ਹੈਗੀ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਤੁਸੀਂ ਕਰ ਲਓ ਸੋ ਦੈਟਸ ਵਾਟ ਵੀ ਡਿਡ ਹੁਣ ਆਲਮੋਸਟ 2 ਮਹੀਨੇ ਹੋ ਗਏ ਇਸ ਗੁਰਦੁਆਰੇ ਦੇ ਵਿੱਚ ਤੇ ਅਸੀਂ ਐਵੀਡੈਂਸ ਬੇਸਡ ਇਨਫੋਰਮੇਸ਼ਨ ਅਗੇਨ ਅਸੀਂ ਉਹਦੀ ਮੰਨ ਰੱਖਦੇ ਹਾਂ ਕਿ ਇਹ ਕਾਮਯਾਬ ਹੈਗੇ ਜਾਂ ਨਹੀਂ ਸੋ ਇਨ ਥੀਸ 2 months we have distributed over 1,000 masks ਜਿਹੜੇ reusable ਹੈਗੇ ਤੇ ਅਸੀਂ over 3,000 ਲੋਕਾਂ ਨੂੰ ਐਜੂਕੇਟ ਕਰ ਲਿਆ ਤੇ ਹੁਣ ਜਿਹੜੇ ਮੇਰੇ ਵੋਲੰਟੀਅਰਸ ਹੈਗੇ ਮੈਂ ਉਹਨਾਂ ਨੂੰ ਪੁੱਛਣਾ ਕਿ ਤੁਸੀਂ ਵੇਖਿਆ ਡਿਫਰੈਂਸ ਜਾਂ ਨਹੀਂ ਕੁਝ ਤੇ ਹੁਣ ਕਹਿੰਦੇ ਕਿ ਜਿਹੜੇ ਵੀ ਗੁਰਦੁਆਰੇ ਵਿੱਚ ਆਉਂਦੇ ਤੇ ਉਹਨਾਂ ਨੇ ਪਹਿਲੇ ਵੇਖਿਆ ਹੋਇਆ ਗੁਰਦੁਆਰੇ ਆਉਂਦੇ ਤੇ ਉਹਨਾਂ ਕੋਲ ਪਹਿਲੇ ਮਾਸਕ ਨਹੀਂ ਹੁੰਦਾ ਸੀ ਹੁਣ ਮਾਸਕ ਹੁੰਦਾ ਤੇ ਹੁਣ ਸਾਰੇ ਜਿਹੜੇ ਅੰਦਰ ਆਉਂਦੇ ਉਹ ਆਪਣੇ ਹੱਥ ਧੋਂਦੇ ਪਹਿਲੇ ਤੇ ਫਿਰ ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਕਰਦੇ ਆ ਸੋ ਬਿਕਾਜ਼ ਇਟਸ ਵਰਕਿੰਗ ਅਸੀਂ ਹੁਣ ਐਕਸਪੈਂਡ ਕਰ ਰਹੇ ਪ੍ਰੋਜੈਕਟ ਨੂੰ ਅਸੀਂ ਹੋਰ ਗੁਰਦੁਆਰੇ ਵਿੱਚ ਜਾਵਾਂਗੇ ਸਰੀ ਦੇ ਵਿੱਚ ਲੇਕਿਨ ਅਸੀਂ ਐਲਬਰਟਾ ਦੇ ਵਿੱਚ ਵੀ ਤੇ ontario ਵਿੱਚ ਵੀ ਐਕਸਪੈਂਡ ਕਰਨਾ ਚਾਹੁੰਦੇ ਹਾਂ ਜੀ ਮਾਈ ਨੈਕਸਟ ਕੁਐਸਚਨ ਵਾਸ ਅਬਾਊਟ ਦਿਸ ਓਨਲੀ ਕਿ ਐਕਸਪੈਂਸ਼ਨ ਦੀ ਜੇ ਅਸੀਂ ਗੱਲ ਕਰੀਏ ਤੇ ਕਿਤੇ ਹੁਣ ਤੁਸੀਂ ਸੋਚ ਰਹੇ ਇਸ ਨੂੰ ਐਕਸਪੈਂਡ ਕਰਨ ਦੀ ਕਿਉਂਕਿ ਜੇ ਅਸੀਂ ਦੇਖੀਏ ਤੇ ਸਰੀ ਤੋਂ ਬਾਅਦ ਟੋਰਾਂਟੋ ਇੱਕ ਐਸੀ ਸਿਟੀ ਹੈਗੀ ਜਿੱਥੇ ਸਭ ਤੋਂ ਜ਼ਿਆਦਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਲੋਕੀ ਰਹਿੰਦੇ ਹਨ ਐਂਡ ਡੈਫੀਨੇਟਲੀ ਲੋੜ ਹੈਗੀ ਹੈ ਕਿ ਲੋਕਾਂ ਨੂੰ ਪੰਜਾਬੀ ਦੇ ਵਿੱਚ ਵੀ ਖਾਸ ਕਰਕੇ ਜਿਹੜੀ ਬਜ਼ੁਰਗ ਹੈਗੇ ਨੇ ਉਹ ਵੀ ਗੁਰੂ ਘਰ ਕਾਫੀ ਜਾਂਦੇ ਨੇ ਤੇ ਉਹਨਾਂ ਲਈ ਵੀ ਬਹੁਤ ਜ਼ਰੂਰੀ ਹੈਗਾ ਹੈ ਕਿ ਇਹ ਜਿਹੜੀ ਗਾਈਡਲਾਈਨਸ ਹੈਗੀਆਂ ਨੇ ਉਹ ਪੰਜਾਬੀ ਦੇ ਵਿੱਚ ਵੀ ਉਪਲਬਧ ਹੋਣ ਸੋ ਤੁਹਾਡੇ ਵੱਲੋਂ ਹੁਣ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਸ ਪੂਰੇ ਕਨਸੈਪਟ ਨੂੰ ਟੋਰਾਂਟੋ ਤੱਕ ਵੀ ਲਿਆਇਆ ਜਾਏ ਹਾਂਜੀ ਜ਼ਰੂਰ ਅਸੀਂ ਜਿਹੜੇ ਸਾਡੀ ਸਟੋਰੀ ਹੁਣ ਬਹੁਤ ਲੋਕਾਂ ਕੋਲ ਜਾ ਰਹੀ ਹੈ ਹੁਣ ਤੇ ਮੈਨੂੰ ਬਹੁਤ ਬੱਚਿਆਂ ਨੇ ਰੀਚ ਆਊਟ ਕੀਤਾ ਜਿਹੜੇ ਟੋਰਾਂਟੋ ਦੇ ਹੈਗੇ ਤੇ ਕੈਲਗਰੀ ਦੇ ਹੈਗੇ ਐਡਮਿੰਟਨ ਦੇ ਹੈਗੇ ਬੱਚੇ ਕਹਿੰਦੇ ਮੈਨੂੰ ਕਿ ਤੁਸੀਂ ਸਾਨੂੰ ਸਿਖਾਓ ਕਿ ਅਸੀਂ ਕਿਸ ਤਰ੍ਹਾਂ ਸ਼ੁਰੂ ਕਰ ਸਕਦੇ ਹਾਂ ਸੋ ਜਿਹੜੇ ਵੀ ਹੋਰ ਲੋਕ ਜਿਹੜੇ ਵੇਖ ਰਹੇ ਜੇ ਤੁਸੀਂ ਵੀ ਸਟਾਰਟ ਕਰਨਾ ਚਾਹੁੰਦੇ ਹੋ ਆਪਣੀ ਕਮਿਊਨਿਟੀ ਦੇ ਵਿੱਚ ਕਿਉਂਕਿ ਹੁਣ ਕੋਵਿਡ ਕੇਸਿਸ ਬਹੁਤ ਵੱਧ ਰਹੇ ਕੈਨੇਡਾ ਦੇ ਵਿੱਚ ਤੇ ਜੇ ਤੁਸੀਂ ਚਾਹੁੰਦੇ ਹੋ ਮੈਨੂੰ ਰੀਚ ਆਊਟ ਕਰ ਸਕਦੇ ਹੋ 514-553-8439 ਜਾਂ ਸਾਡਾ ਇੰਸਟਾਗ੍ਰਾਮ ਚੈਨਲ ਵੀ ਹੈਗਾ ਸਿੱਖ ਹੈਲਥ ਫਾਊਂਡੇਸ਼ਨ ਉੱਥੇ ਤੁਸੀਂ ਸਾਰੀ ਇਨਫੋਰਮੇਸ਼ਨ ਵੇਖ ਸਕਦੇ ਹੋ ਸਪੈਸੀਫਿਕਲੀ ਅਸੀਂ ਬੱਚਿਆਂ ਵਾਸਤੇ ਰੱਖੀ ਹੋਈ ਹੈ ਕਿਉਂਕਿ ਤੁਸੀਂ ਇੰਸਟਾਗ੍ਰਾਮ ਯੂਜ਼ ਇਟ ਮੋਰ ਤੇ ਸ਼ੇਅਰ ਵੀ ਕਰ ਸਕਦੇ ਹੋ ਸਾਰਿਆਂ ਨਾਲ ਸੋ ਸਾਰੀ ਇਨਫੋਰਮੇਸ਼ਨ ਉੱਥੇ ਹੋਏਗੀ ਲੇਕਿਨ ਵੀ ਵੁੱਡ ਲਵ ਫॉर ਮੋਰ ਪੀਪਲ ਟੂ ਜੁਆਇਨ ਆਵਰ ਟੀਮ ਅਖੀਰ ਦੇ ਵਿੱਚ ਕੋਈ ਆਡੀਅנס ਸਾਡੀ ਆਡੀਅנס ਨੂੰ ਸੁਨੇਹਾ ਦੇਣਾ ਚਾਹੋਗੇ ਹਾਂਜੀ ਸੋ ਇੱਕ ਪਰਸਨਲ ਸਟੋਰੀ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ October 12th ਨੂੰ ਮੇਰੇ ਤਾਈ ਜੀ ਇੰਡੀਆ ਦੇ ਵਿੱਚ she passed away from COVID ਤੇ ਇਹ ਸਾਡੀ ਫੈਮਿਲੀ ਨੂੰ ਪੂਰੀ ਬਰਬਾਦ ਕਰ ਦਿੱਤੀ ਜਦੋਂ ਮੈਂ ਇਨਫੋਰਮੇਸ਼ਨ ਸੁਣੀ ਮੈਂ I was in shock ਕਿ ਉਹਨਾਂ ਨੂੰ ਕਿਸ ਤਰ੍ਹਾਂ ਹੋ ਗਿਆ COVID ਤੇ and she passed away from it ਹੁਣ ਮੇਰੇ ਕਜ਼ਨ ਜਿਹੜੇ ਹੈਗੇ ਬ੍ਰਦਰ
ਇੰਡੀਆ ਦੇ ਵਿੱਚ ਉਹ ਰੋ ਰਹੇ ਕਿਉਂਕਿ ਉਹਨਾਂ ਦੀ ਮਾਂ ਚਲ ਗਈ ਹੈ ਤੇ ਅਸੀਂ ਸਾਰੇ ਆਰ ਇਨ ਸ਼ੌਕ। ਤੋਂ ਮੇਰੀ ਬੇਨਤੀ ਹੈਗੀ ਸਾਰੇ ਜਿਹੜੇ ਸੁਣ ਰਹੇ ਕਿ ਕੋਵਿਡ ਅਸਲੀ ਚੀਜ਼ ਹੈਗੀ ਹੈ। ਪਲੀਜ਼ ਜਿਹੜੀ ਮਿਸ ਇਨਫੋਰਮੇਸ਼ਨ ਜਿਹੜੀ ਜਾ ਰਹੀ ਹੈ ਕਮਿਊਨਿਟੀ ਦੇ ਵਿੱਚ ਤੁਸੀਂ ਨਾ ਸੁਣੋ। ਜਿਹੜੀ ਇਨਫੋਰਮੇਸ਼ਨ ਤੁਸੀਂ ਸੁਣਨੀ ਹੈ ਤੁਸੀਂ ਗਵਰਨਮੈਂਟ ਕੋਲੋਂ ਸੁਣੋ, ਤੁਹਾਡੀ ਹੈਲਥ ਅਥਾਰਟੀਜ਼ ਕੋਲੋਂ ਸੁਣੋ ਤੇ ਜਿਹੜੀ ਅਸੀਂ ਇਨਫੋਰਮੇਸ਼ਨ ਦੇ ਰਹੇ ਉਹਨੂੰ ਸੁਣੋ ਕਿਉਂਕਿ ਇਹ ਸਾਰੀ ਇਨਫੋਰਮੇਸ਼ਨ ਐਵੀਡੈਂਸ ਬੇਸਡ ਹੈਗੀ ਹੈ ਤੇ ਆਪਣੀ ਕਮਿਊਨਿਟੀ ਨੂੰ, ਆਪਣੇ ਫੈਮਿਲੀ ਨੂੰ, ਆਪਣੇ ਆਪ ਨੂੰ ਪਲੀਜ਼ ਪ੍ਰੋਟੈਕਟ ਕਰੋ ਕਿਉਂਕਿ ਇਹ ਵਾਇਰਸ ਪਤਾ ਨਹੀਂ ਕਿੰਨੂ ਹੋ ਸਕਦਾ ਹੈ। ਜੀ ਸੁਖਮੀਤ, ਵੀ ਆਰ ਸੌਰੀ ਟੂ ਹੀਅਰ ਅਬਾਊਟ ਯੂਰ ਲਾਸ ਐਂਡ ਥੈਂਕ ਯੂ ਫॉर ਸ਼ੇਅਰਿੰਗ ਦਿਸ ਮੈਸੇਜ। ਐਂਡ ਆਈ ਥਿੰਕ ਕਾਫੀ ਲੋਕੀ ਹੈਗੇ ਨੇ ਜੋ ਹਲੇ ਵੀ ਕੋਵਿਡ-19 ਨੂੰ ਸੀਰੀਅਸਲੀ ਨਹੀਂ ਲੈ ਰਹੇ ਨੇ ਐਂਡ ਇਟ ਇਜ਼ ਅ ਮੈਟਰ ਆਫ ਕੰਸਰਨ। ਬਹੁਤ ਜ਼ਰੂਰੀ ਹੈਗਾ ਕਿ ਅਸੀਂ ਹੈਲਥ ਆਫੀਸ਼ੀਅਲਸ ਦੀ ਜਿਹੜੀ ਗਾਈਡਲਾਈਨਸ ਹੈਗੀ ਉਸ ਨੂੰ ਫੋਲੋ ਕਰੀਏ ਐਂਡ ਮੈਂ ਉਮੀਦ ਕਰਦੀ ਹਾਂ, ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਲੋਕੀ ਜ਼ਰੂਰ ਇਸ ਨੂੰ, ਜਿਹੜੇ ਵੀ ਲੋਕੀ ਇਸ ਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਉਹ ਡੈਫੀਨੇਟਲੀ ਹੈਲਥ ਆਫੀਸ਼ੀਅਲਸ ਦੀ ਗਾਈਡਲਾਈਨਸ ਨੂੰ ਫੋਲੋ ਕਰਦੇ ਰਹਿਣ ਸੋ ਦੈਟ ਅਸੀਂ ਜਲਦੀ ਕੈਨੇਡਾ ਦੇ ਵਿੱਚ ਜਿਹੜੇ ਕੋਵਿਡ-19 ਕੇਸਿਸ ਹੈਗੇ ਨੇ ਉਸ ਨੂੰ ਘਟਾ ਸਕੀਏ। ਥੈਂਕ ਯੂ ਸੋ ਮਚ ਫॉर ਜੁਆਇਨਿੰਗ PTC ਪੰਜਾਬੀ ਐਂਡ ਪਲੀਜ਼ ਸਟੇ ਸੇਫ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਵਰਲਡ ਵਾਰ ਦੌਰਾਨ ਸਿੱਖਾਂ ਵੱਲੋਂ ਕੀਤੀ ਕੁਰਬਾਨੀ ਦੀ ਕਹਾਣੀ ਹੁਣ ਤੁਹਾਨੂੰ ਸਿਲਵਰ ਸਕਰੀਨ ਉੱਤੇ ਵੇਖਣ ਨੂੰ ਮਿਲੇਗੀ। ਸਰੀ ਦੇ ਹਿਸਟੋਰੀਅਨ ਸਟੀਵਨ ਪਿਓਰਵੈਲ ਵੱਲੋਂ ਲਿਖੀ ਅਤੇ ਡਾਇਰੈਕਟ ਕੀਤੀ ਗਈ ਫਿਲਮ ਪ੍ਰੋਮਿਸਸ ਉਹਨਾਂ ਦੀ ਕਿਤਾਬ ਡਿਊਟੀ, ਆਨਰ ਐਂਡ ਇੱਜ਼ਤ ਉੱਤੇ ਨਿਰਧਾਰਿਤ ਹੈ। ਇਸ ਫਿਲਮ ਦੇ ਵਿੱਚ ਸਿੱਖਾਂ ਵੱਲੋਂ ਕੀਤੀਆਂ ਕੰਟਰੀਬਿਊਸ਼ਨਸ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਫਿਲਮ ਦੇ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਨਾਜ਼ੀਜ਼ ਨੂੰ ਹਰਾਉਣ ਲਈ ਭਾਰਤੀ ਅਤੇ ਕੈਨੇਡੀਅਨ ਸੋਲਜਰਸ ਵੱਲੋਂ ਜੰਗ ਲੜੀ ਗਈ ਸੀ। ਇਸ ਫਿਲਮ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਫਿਲਮ ਦੇ ਵਿੱਚ ਸਿੱਖ ਸੋਲਜਰਸ ਦੀ ਭੂਮਿਕਾ ਨਿਭਾ ਰਹੇ ਲੋਕੀ ਕੋਈ ਵੀ ਪ੍ਰੋਫੈਸ਼ਨਲ ਅਦਾਕਾਰ ਨਹੀਂ ਹੈ। ਇਹ ਸਾਰੇ ਲੋਕਲ ਲਾਅ ਇਨਫੋਰਸਮੈਂਟ ਆਫੀਸਰਸ ਹਨ। ਇਸ ਫਿਲਮ ਦਾ ਟੀਜ਼ਰ ਰਿਮੈਂਬਰੈਂਸ ਡੇ ਦੇ ਮੌਕੇ ਉੱਤੇ ਰਿਲੀਜ਼ ਕੀਤਾ ਗਿਆ ਸੀ ਅਤੇ ਇਹ ਫਿਲਮ ਅਗਲੇ ਸਾਲ ਰਿਲੀਜ਼ ਕੀਤੀ ਜਾਏਗੀ। ਇਸ ਫਿਲਮ ਦੇ ਵਿੱਚ ਕੈਲਗਰੀ ਦੇ ਰਹਿਣ ਵਾਲੇ ਕੈਪਟਨ ਚਰਨ ਕਮਲ ਸਿੰਘ ਡੁਲਾਟ ਨੂੰ ਵੀ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਇਸੇ ਸੰਬੰਧੀ ਗੱਲਬਾਤ ਲਈ ਉਹ ਸਾਡੇ ਨਾਲ ਇਸ ਵੇਲੇ ਲਾਈਨ ਤੇ ਮੌਜੂਦ ਹਨ। ਸਤਿ ਸ਼੍ਰੀ ਅਕਾਲ ਕੈਪਟਨ ਚਰਨ ਕਮਲ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜਸਲੀਨ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦੇਖਣ ਵਾਲੇ ਸ਼ਰੋਤਿਆਂ ਨੂੰ ਜੀ। ਜੀ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨਸ ਟੂ ਯੂ, ਤੁਹਾਨੂੰ ਇੱਕ ਬਹੁਤ ਵੱਡਾ ਰੋਲ ਨਿਭਾਉਣ ਦੀ ਜ਼ਿੰਮੇਵਾਰੀ ਮਿਲੀ। ਤੁਸੀਂ ਇੱਕ ਕੈਨੇਡੀਅਨ ਫਿਲਮ ਦੇ ਵਿੱਚ ਇੱਕ ਸਿੱਖ ਸੋਲਜਰ ਦੀ ਜਿਹੜੀ ਭੂਮਿਕਾ ਹੈਗੀ ਹੈ ਉਹ ਨਿਭਾ ਰਹੇ ਹੋ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਐਕਸਪੀਰੀਅੰਸ ਕਾਫੀ ਇਨਲਾਈਟਨਿੰਗ ਸੀਗਾ ਕਿਉਂਕਿ ਜਿਹੜੇ ਸਾਡੇ ਐਨਸੈਸਟਰਸ ਆ ਜਿਨ੍ਹਾਂ ਨੇ ਕਿ ਵਰਲਡ ਵਾਰ 2 ਦੇ ਵਿੱਚ ਜਿਹੜੀ ਯੂਨੀਫਾਰਮ ਪਾਈ ਸੀ ਜਾਂ ਵੈਪਨਸ ਯੂਜ਼ ਕੀਤੀਆਂ ਸੀ ਜਾਂ ਬੂਟਸ ਪਾਏ ਸੀ, ਉਹ ਬਿਲਕੁਲ ਓਰੀਜਨਲ ਆਥੈਂਟਿਕ ਜਿਹੜੇ ਆ ਸਾਨੂੰ ਪ੍ਰੋਵਾਈਡ ਕੀਤੇ ਗਏ ਸੀਗੇ। ਤੇ ਜਿਸ ਲਈ ਉਹ ਪਾਏ ਆ ਤੇ ਉਹ ਜਿਹੜੀ ਫੀਲਿੰਗ ਆ ਕਿ ਉਹ ਕਿਸ ਹਿਸਾਬ ਨਾਲ ਆਪਣਾ ਟਾਈਮ ਜਿਹੜਾ ਉਹਨਾਂ ਨੇ ਬਤੀਤ ਕੀਤਾ ਹੋਊਗਾ ਵਰਲਡ ਵਾਰ 2 ਦੇ ਥਰੂ ਜਾਂ ਕਿਸ ਹਿਸਾਬ ਨਾਲ ਬੈਟਲਸ ਲੜੀਆਂ ਹੋਗੀਆਂ, ਉਹ ਬਿਲਕੁਲ ਸਾਹਮਣੇ ਆ ਗਿਆ ਜੀ। ਤੇ ਮੇਰੇ ਖਿਆਲ 'ਚ ਇੱਕ ਬੜਾ ਯੂਨੀਕ ਐਕਸਪੀਰੀਅੰਸ ਸੀਗਾ ਔਰ ਇੱਕ ਤਰ੍ਹਾਂ ਦੀ ਮੈਂ ਕਹਿੰਦਾ ਕਿ ਵਾਹਿਗੁਰੂ ਦੀ ਦਇਆ ਆ ਕਿ ਇੱਦਾਂ ਦਾ ਐਕਸਪੀਰੀਅੰਸ ਜਿਹੜਾ ਆ ਉਹ ਇੱਦਾਂ ਦੇ ਪ੍ਰੋਜੈਕਟ ਦੇ ਥਰੂ ਮੈਨੂੰ ਮਿਲਿਆ ਤੇ ਨਾਲ ਜਿਹੜੇ ਮੇਰੇ ਸਾਥੀ ਆ ਉਹਨਾਂ ਨੂੰ ਮਿਲਿਆ ਜੀ। ਜੀ ਬਿਲਕੁਲ। ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਨੂੰ ਇੱਕ ਕੈਰੈਕਟਰ ਪਲੇ ਕਰਨਾ ਹੈ, ਕੀ ਰਿਐਕਸ਼ਨ ਸੀਗਾ ਤੁਹਾਡਾ? ਮੇਰੇ ਹਿਸਾਬ ਨਾਲ ਬੜਾ ਨਾਰਮਲ ਸੀਗਾ, ਲੇਕਿਨ ਥੋੜਾ ਜਿਹਾ ਮੈਂ ਇਹ ਦੱਸਦਾ ਕਿ ਜਿਹੜੀ ਐਕਟਿੰਗ ਆ ਕਾਫੀ ਔਖੀ ਆ ਕਿਉਂਕਿ ਜਿਹੜੇ ਰੀਟੇਕਸ ਹੁੰਦੇ ਆ ਉਹ ਤਕਰੀਬਨ ਇੱਕ ਡਾਇਲੌਗ ਨੂੰ ਘੰਟਾ ਵੀ ਲੱਗ ਸਕਦਾ, 2 ਘੰਟੇ ਵੀ ਲੱਗ ਸਕਦੇ ਆ, ਜਿਹਦੇ ਵਾਸਤੇ ਕਿ ਅਸੀਂ ਜਿਹੜੇ ਨੈਚੁਰਲ ਪਲੇਅਰਸ ਆ ਉਹ ਕਈ ਵਾਰੀ ਪ੍ਰੀਪੇਅਰਡ ਨਹੀਂ ਹੁੰਦੇ। ਲੇਕਿਨ ਥੈਂਕ ਗॉड ਕਿ ਕਾਫੀ ਕੋਚ ਨਾਲ ਸ਼ਾਮਲ ਸੀਗੇ ਜਿਨ੍ਹਾਂ ਨੇ ਕਿ ਕੋਚਿੰਗ ਦਿੱਤੀ, ਉਸ ਹਿਸਾਬ ਨਾਲ ਜਿਹੜਾ ਸਕਸੈਸ ਹੈ ਉਹ ਮਿਲਿਆ ਜੀ। ਜੀ ਐਂਡ ਆਈ ਹਰਡ ਕਿ ਜਿਹੜੇ ਵੀ ਸਿੱਖ ਸੋਲਜਰਸ ਦੀ ਭੂਮਿਕਾ ਨਿਭਾ ਰਹੇ ਨੇ ਇਸ ਫਿਲਮ ਦੇ ਵਿੱਚ, ਉਹਨਾਂ ਵਿੱਚੋਂ ਕੋਈ ਪ੍ਰੋਫੈਸ਼ਨਲ ਐਕਟਰ ਨਹੀਂ ਹੈਗਾ। ਦੇ ਆਰ ਆਲ ਲੋਕਲ ਲਾਅ ਇਨਫੋਰਸਮੈਂਟ ਆਫਿਸਰਸ। ਐਂਡ ਜਾਣਨਾ ਚਾਹਾਂਗੇ ਕਿ ਕਿਸੇ ਵੀ ਕਰੈਕਟਰ ਨੂੰ ਜਦੋਂ ਅਸੀਂ ਪਲੇ ਕਰਦੇ ਹਾਂ ਤੇ ਡੈਫੀਨੇਟਲੀ ਉਹਦੀ ਇੱਕ ਰਿਸਰਚ ਵਰਕ ਕਰਦੇ ਹਾਂ ਕਿ ਕੀ ਕਰੈਕਟਰ ਹੈਗਾ, ਕਿਸ ਤਰ੍ਹਾਂ ਉਹਦੀ ਜਿਹੜਾ ਹੈਗਾ ਉਹਦਾ ਰੋਲ ਪਲੇ ਕਰਨਾ ਹੈਗਾ। ਪਰ ਜੇ ਅਸੀਂ ਵਰਲਡ ਵਾਰ ਦੀ ਗੱਲ ਕਰੀਏ ਤੇ ਉਹਦਾ ਕੋਈ ਐਗਜ਼ਾਮਪਲ ਇਸ ਤਰ੍ਹਾਂ ਸੈੱਟ ਨਹੀਂ ਹੋਇਆ। ਸੋ ਡੈਫੀਨੇਟਲੀ ਬਹੁਤ ਔਖਾ ਹੋਏਗਾ ਸਾਰਿਆਂ ਲਈ ਰੋਲ ਪਲੇ ਕਰਨਾ। ਸੋ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਸਟੱਡੀ ਹੈਗੀ ਹੈ, ਕਿਸ ਤਰ੍ਹਾਂ ਦਾ ਰਿਸਰਚ ਵਰਕ ਤੁਹਾਡੇ ਵੱਲੋਂ ਕੀਤਾ ਗਿਆ ਸੋ ਦੈਟ ਜਿਹੜੀ ਤੁਹਾਡੀ ਕਰੈਕਟਰ ਦੀ ਡਿਲੀਵਰੀ ਹੈ ਉਹ ਪ੍ਰੋਪਰ ਆਏ?
ਇਹਦੇ ਵਿੱਚ ਜੀ ਮੈਂ ਪਹਿਲਾਂ ਤਾਂ ਮੈਂਸ਼ਨ ਕਰੂੰਗਾ ਕਿ ਇੰਦਰਾ ਤੇ ਐਲਨ ਰੌਸ ਜਿਹੜੇ ਕਿ ਸਾਡੇ ਵੋਲੰਟੀਅਰ ਮਿਲਟਰੀ ਰਿਸਰਚਰਸ ਆ ਮਿਲਟਰੀ ਮਿਊਜ਼ੀਅਮ ਇਨ ਕੈਲਗਰੀ ਦੇ, ਉਹਨਾਂ ਨੇ ਬੜੀ ਵੱਡੀ ਭੂਮਿਕਾ ਨਿਭਾਈ। ਉਹਨਾਂ ਨੇ ਸਾਰੀ ਜਿਹੜੀ ਬੈਟਲ ਆਫ ਮੌਂਟੀ ਕੈਸੀਨੋ ਦੀ ਹਿਸਟਰੀ ਸੀਗੀ ਉਹ ਪੂਰੀ ਦੀ ਪੂਰੀ ਸਾਨੂੰ ਕੱਢ ਕੇ ਦਿੱਤੀ। ਉਹਦੇ ਵਿੱਚ ਇੱਕ ਸੋਲਜਰ ਦਾ ਕੀ ਰੋਲ ਸੀਗਾ, ਜਿਹੜੇ ਅੱਜ ਕੱਲ੍ਹ ਤੁਹਾਨੂੰ ਆਪਾਂ ਲੈਫਟੀਨੈਂਟ ਕਹਿੰਦੇ ਆ, ਉਦੋਂ ਜਮਾਦਾਰ ਕਹੀਦਾ ਸੀਗਾ, ਉਸ ਰੈਂਕ ਦਾ ਕੀ ਰੋਲ ਆ, ਡਿਫਰੈਂਟ ਜਿਹੜੇ ਡਿਫਰੈਂਟ ਰੈਂਕ ਸੀਗੇ ਉਹਨਾਂ ਦਾ ਕੀ ਰੋਲ ਆ ਉਸ ਬੈਟਲ ਦੇ ਵਿੱਚ, ਉਹ ਸਾਰਾ ਪਹਿਲਾਂ ਸਟੱਡੀ ਕੀਤਾ ਗਿਆ। ਉਹ ਸਟੱਡੀ ਕਰਨ ਤੋਂ ਬਾਅਦ ਹੀ ਇਸ ਰੋਲ ਦੇ ਵਿੱਚ ਤੁਸੀਂ ਆ ਸਕਦੇ ਆ, ਤਾਂ ਕਿ ਕਿਉਂਕਿ ਜਿਹੜੀ ਵੈਪਨਰੀ ਸੀਗੀ ਜਾਂ ਟੈਕਨੋਲੋਜੀ ਸੀਗੀ ਉਹ ਵਰਲਡ ਵਾਰ 2 ਦੀ ਹੀ ਯੂਜ਼ ਕੀਤੀ ਗਈ, ਜਿਹੜੀ ਕਿ ਓਰੀਜਨਲ ਸੀਗੀ। ਤੇ ਨੈਚੁਰਲੀ ਥੋੜਾ ਜਿਹਾ ਡਿਫਰੈਂਸ ਸੀਗਾ ਜਿਹੜਾ ਕਿ ਅੱਜ ਦੀ ਟ੍ਰੇਨਿੰਗ ਆ ਤੇ ਉਦੋਂ ਦੀ ਟ੍ਰੇਨਿੰਗ ਦੇ ਵਿੱਚ। ਉਦੋਂ ਦੀ ਟ੍ਰੇਨਿੰਗ ਮੇਰੇ ਹਿਸਾਬ ਨਾਲ ਔਨ ਫੁੱਟ ਕਾਫੀ ਹਾਰਡ ਸੀ, ਉਹਦੇ ਵਾਸਤੇ ਸਾਨੂੰ ਪ੍ਰੀਪੇਅਰਡ ਹੋਣਾ ਪਿਆ, ਕਿਉਂਕਿ ਹਰ ਰੋਜ਼ ਜਿਹੜੀ 2 ਦਿਨ ਸਾਡੀ ਓਕਨਾਗਨ ਦੇ ਵਿੱਚ ਸ਼ੂਟਿੰਗ ਹੋਈ ਆ, ਉਹਦੇ ਵਿੱਚ ਤਕਰੀਬਨ ਅਸੀਂ 12 ਤੋਂ 13 ਘੰਟੇ ਜਿਹੜੇ ਆਪਣੇ ਫੀਟ ਤੇ ਰਹੇ ਆ। ਉਹ ਜਿਹੜਾ ਐਕਸਪੀਰੀਅੰਸ ਕੀਤਾ, ਹਾਈਕਿੰਗ ਕੀਤੀ ਜਾਂ ਜਿਹੜੀਆਂ ਬੈਟਲ ਡਰਿਲਸ ਕੀਤੀਆਂ, ਉਹ ਕਾਫੀ ਇਨਲਾਈਟਨਿੰਗ ਸੀਗੀਆਂ। ਇੱਕ ਹਿਸਾਬ ਨਾਲ ਮੈਂ ਕਹੂੰਗਾ ਹਾਰਡ ਵੀ ਸੀਗੀਆਂ। ਏਦਾਂ ਦੀ ਹਾਈਕ ਸੀਗੀ ਜਿੱਥੇ ਇੱਕ ਨਾਰਮਲ ਬੰਦਾ ਹਾਈਕਿੰਗ ਨਹੀਂ ਕਰ ਸਕਦਾ, ਉੱਥੇ ਅਸੀਂ ਜਿਹੜੀਆਂ ਬੈਟਲ ਡਰਿਲਸ ਆ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਦੀ ਮੂਵੀ ਦੇ ਵਿੱਚ ਸ਼ਾਮਲ ਹੋਣ ਲਈ ਇੱਕ ਤਰ੍ਹਾਂ ਦੀ ਜਿਹੜਾ ਰੋਲ ਪਲੇ ਕੀਤਾ। ਲੇਕਿਨ ਜਿਹੜੀ ਸਾਡੀ ਬੈਕਗਰਾਉਂਡ ਸੀਗੀ ਮਿਲਟਰੀ ਤੋਂ, ਨੇਵੀ ਤੋਂ, ਵੈਨਕੂਵਰ ਪੁਲਿਸ ਡਿਪਾਰਟਮੈਂਟ ਤੋਂ, ਕੈਨੇਡੀਅਨ ਬਾਰਡਰ ਸਿਕਿਉਰਿਟੀਜ਼ ਤੋਂ, ਇਹਨਾਂ ਸਾਰਿਆਂ ਦੀ ਜਿਹੜੀ ਬੈਕਗਰਾਉਂਡ ਸੀ ਉਹ ਪੂਰੀ ਦੀ ਪੂਰੀ ਇਸਤੇਮਾਲ ਕੀਤੀ ਗਈ ਉਹਨਾਂ ਸੀਨਸ ਦੇ ਵਿੱਚ, ਤਾਂ ਕਿ ਜਿਹੜਾ ਡਿਸਿਪਲਿਨ ਆ, ਜਿਹੜਾ ਇੱਕ ਮੋਟਿਵ ਆ, ਜਿਹੜਾ ਮਿਸ਼ਨ ਆ, ਉਹਦੇ ਉੱਤੇ ਸਾਰੇ ਆਪਾਂ ਸਥਿਰ ਰਹਿ ਸਕੀਏ। ਜੀ, ਨੋ ਡਾਊਟ ਕਿ ਜਿਹੜਾ ਐਕਸਪੀਰੀਅੰਸ ਹੈ ਬਹੁਤ ਹੀ ਵੰਡਰਫੁਲ ਹੋਏਗਾ। ਚਰਨ ਕਮਲ ਜੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇਹ ਪਹਿਲੀ ਵਾਰੀ ਹੈਗਾ ਕਿ ਇੱਕ ਇੰਗਲਿਸ਼ ਫਿਲਮ ਡੈਡੀਕੇਟਲੀ ਸਿੱਖ ਸੋਲਜਰਸ ਦੀ ਜਿਹੜੀ ਕੰਟਰੀਬਿਊਸ਼ਨਸ ਹੈਗੀਆਂ ਵਰਲਡ ਵਾਰਸ ਦੇ ਵਿੱਚ ਉਸ ਉੱਤੇ ਬਣਨ ਜਾ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਸ ਇਤਿਹਾਸ ਨੂੰ, ਜਿਹੜੀ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਰਹੀ ਹੈ ਵਰਲਡ ਵਾਰਸ ਦੇ ਵਿੱਚ, ਉਸ ਨੂੰ ਲੋਕੀ ਭੁੱਲ ਚੁੱਕੇ ਸੀ? ਮੇਰੇ ਖਿਆਲ 'ਚ ਇਹਨੂੰ ਸਟੱਡੀ ਨਹੀਂ ਕੀਤਾ ਗਿਆ। ਇੱਕ ਤਰ੍ਹਾਂ ਦੇ ਨਾਲ ਜਿਹੜੀ ਇਹ ਕੰਟਰੀਬਿਊਸ਼ਨਸ ਵਰਲਡ ਵਾਰ 2 ਦੀ ਸੀਗੀ ਜਾਂ ਵਰਲਡ ਵਾਰ 1 ਦੀ ਵੀ ਇੱਕ ਤਰ੍ਹਾਂ ਦੇ ਨਾਲ ਦਫਨਾਈ ਗਈ, ਇਟ ਵਾਸ ਹਿਡਨ, ਉਹਨੂੰ ਸਾਹਮਣੇ ਲਿਆਉਣ ਦੀ ਲੋੜ ਆ। ਇਸ ਕਰਕੇ ਹੀ ਅਸੀਂ ਇੱਕ ਐਜੂਕੇਸ਼ਨਲ ਮੂਵੀ ਇਹ ਬਣਾ ਰਹੇ ਹਾਂ। ਅਸੀਂ ਕੋਈ ਕਮਰਸ਼ੀਅਲ ਬੇਸ ਨਹੀਂ ਹੈਗਾ ਇਹਦਾ। ਇਹ ਐਜੂਕੇਸ਼ਨਲ ਮੂਵੀ ਸਾਡੇ ਲਈ, ਸਾਡੀਆਂ ਜਿਹੜੀਆਂ ਗਾਹਾਂ ਜਨਰੇਸ਼ਨਸ ਆ ਉਹਨਾਂ ਲਈ ਬੜਾ ਹੀ ਕੰਮ ਕਰੂਗਾ। ਇਹ ਫ੍ਰੀ ਆਫ ਕਾਸਟ ਦਿਖਾਈ ਜਾਊਗੀ ਜੀ, ਸਕੂਲਸ ਦੇ ਵਿੱਚ, ਮਿਊਜ਼ੀਅਮਸ ਦੇ ਵਿੱਚ, ਸਿਟੀ ਹਾਲਸ ਦੇ ਵਿੱਚ, ਕਮਿਊਨਿਟੀ ਸੈਂਟਰਸ ਦੇ ਵਿੱਚ। ਉਹ ਸਾਡਾ ਏਮ ਆ। ਅਸੀਂ ਇਹ ਵੀ ਚਾਹਾਂਗੇ ਕਿ ਜਿਸ ਹਿਸਾਬ ਦੀ ਸਟੀਵ ਪੁਰੇਵਾਲ ਦੀ ਬੁੱਕ ਹੈ ਜੀ, ਡਿਊਟੀ, ਆਨਰ ਐਂਡ ਇੱਜ਼ਤ, ਜਿਹੜੀ ਕਿ ਆਪਾਂ ਲਾਸਟ ਈਅਰ ਰਿਲੀਜ਼ ਕੀਤੀ ਸੀਗੀ, ਉਸ ਬੁੱਕ ਦੇ ਉੱਤੇ ਇਹ ਮੂਵੀ ਬਣ ਰਹੀ ਆ। ਉਹਦੀ ਸਟੋਰੀ ਆ ਮੌਂਟੀ ਕੈਸੀਨੋ ਬੈਟਲ ਜਿਹੜੀ ਇਟਲੀ ਦੇ ਵਿੱਚ ਹੋਈ, ਉਹਦੇ ਉੱਤੇ ਬੇਸਡ ਆ। ਲੇਕਿਨ ਅਸੀਂ ਇਹ ਚਾਹਾਂਗੇ ਕਿ ਜਿਸਲੇ ਵਰਲਡ ਵਾਰ 1, ਵਰਲਡ ਵਾਰ 2 ਦੇ ਜਿਹੜੀ ਸਟੱਡੀ ਕਰਾਈ ਜਾਂਦੀ ਹੈ ਸਟੂਡੈਂਟਸ ਨੂੰ ਸਕੂਲਸ ਦੇ ਵਿੱਚ, ਨਾਲ ਇਹ ਜਿਹੜੀ ਮੂਵੀ ਹੈ ਇਹ ਵੀ ਦਿਖਾਈ ਜਾਏ, ਤਾਂ ਕਿ ਇਹ ਬੜਾ ਵੱਡਾ ਐਜੂਕੇਸ਼ਨਲ ਪੀਸ ਬਣੇ ਸਾਡੀਆਂ ਜਿਹੜੀਆਂ ਜਨਰੇਸ਼ਨਸ ਨੈਕਸਟ ਆਉਣੀਆਂ ਜੀ। ਜੀ, ਐਬਸੋਲੂਟਲੀ। ਚਰਨ ਜੀ, ਤੁਹਾਨੂੰ ਇਹ ਵੀ ਲੱਗਦਾ ਕਿ ਦੇਖਿਆ ਜਾਏ ਤੇ ਇਹ ਫਿਲਮ ਕਿਤੇ ਨਾ ਕਿਤੇ ਰੇਸਿਜ਼ਮ ਨੂੰ, ਡਿਸਕ੍ਰਿਮੀਨੇਸ਼ਨ ਨੂੰ ਖਤਮ ਕਰਨ ਲਈ ਇੱਕ ਅਹਿਮ ਭੂਮਿਕਾ ਨਿਭਾਏਗੀ? ਕਿਉਂਕਿ ਅੱਜ ਵੀ ਅਸੀਂ ਦੇਖੀਏ ਤੇ ਕਿਤੇ ਨਾ ਕਿਤੇ ਰੇਸਿਜ਼ਮ ਹੈਗਾ ਹੈ, ਡਿਸਕ੍ਰਿਮੀਨੇਸ਼ਨ ਹੈਗਾ ਹੈ। ਔਰ ਰੀਸੈਂਟਲੀ ਜੇ ਅਸੀਂ ਗੱਲ ਕਰੀਏ ਤੇ ਕਿਊਬੈਕ ਦੀ ਜਿਹੜੀ ਗਵਰਨਮੈਂਟ ਹੈਗੀ ਉਹਨਾਂ ਵੱਲੋਂ ਵੀ ਬਿੱਲ 21 ਇੰਟਰੋਡਿਊਸ ਕੀਤਾ ਗਿਆ, ਜਿਸ ਨਾਲ ਹਾਲੇ ਵੀ ਤੁਸੀਂ ਕਿਊਬੈਕ ਦੇ ਵਿੱਚ ਕਿਸੇ ਵੀ, ਅਗਰ ਤੁਸੀਂ ਸਰਕਾਰੀ ਅਦਾਰੇ ਦੇ ਵਿੱਚ ਕੰਮ ਕਰਨਾ ਹੈ ਤਾਂ ਤੁਸੀਂ ਰਿਲੀਜੀਅਸ ਸਿੰਬਲਸ ਜਿਹੜੇ ਹੈਗੇ ਨੇ ਉਹ ਨਹੀਂ ਪਾ ਸਕਦੇ ਹੋ। ਮੇਰੇ ਹਿਸਾਬ ਨਾਲ ਮੂਵੀ ਦਾ ਮੋਟਿਵ ਜਿਹੜਾ ਹੈਗਾ ਉਹ ਬੇਸਿਕਲੀ ਜਿਹੜੀ ਹਿਡਨ ਹੀਰੋਜ਼ ਤੇ ਹਿਡਨ ਹਿਸਟਰੀ ਆ ਉਹਨੂੰ ਸਾਹਮਣੇ ਲਿਆਉਣ ਦਾ ਹੈ। ਦੂਸਰੀ ਗੱਲ, ਜਿੱਥੇ ਤੱਕ ਰੇਸਿਜ਼ਮ ਦਾ ਮੈਂ ਗੱਲ ਕਰਾਂ, ਰੇਸਿਜ਼ਮ ਨੂੰ ਤੁਸੀਂ ਐਜੂਕੇਸ਼ਨ ਦੇ ਨਾਲ ਹੀ ਖਤਮ ਕਰ ਸਕਦੇ ਹੋ। ਇਹ ਜਿਹੜੀ ਐਜੂਕੇਸ਼ਨਲ ਮੂਵੀ ਬਣ ਰਹੀ ਆ, ਮੈਂ ਤਾਂ ਇਹ ਕਹੂੰਗਾ ਕਿ ਆਪਣੀ ਜਨਰੇਸ਼ਨ ਨੂੰ ਜਾਂ ਆਪਣੀ ਜਿਹੜੀਆਂ ਗਾਹਾਂ ਜਨਰੇਸ਼ਨਸ ਆਉਣੀਆਂ ਆ ਉਹਨਾਂ ਨੂੰ ਚਾਹੀਦਾ ਹੈ ਕਿ ਹਾਂ ਵੀ ਆਪਣੀ ਹਿਸਟਰੀ ਬਾਰੇ ਪੜ੍ਹਨ, ਉਹਨੂੰ ਸਮਝਣ ਤੇ ਉਹਦੇ ਵਿੱਚ ਪ੍ਰਾਈਡ ਲੈਣ, ਕਿਉਂਕਿ ਪ੍ਰਾਈਡ ਹੈ ਉਹਦੇ ਵਿੱਚ। ਕਿਉਂਕਿ ਜੋ ਸਾਡੇ ਐਂਸੈਸਟਰਸ ਜਾਂ ਜੋ ਸਾਡੇ ਬਜ਼ੁਰਗ ਕਰ ਗਏ ਆ ਉਹ ਮੇਰੇ ਖਿਆਲ ਸਾਡੇ ਤੋਂ ਵੀ ਰਿਪੀਟ ਨਹੀਂ ਹੋਣਾ। ਇਸ ਕਰਕੇ ਜਿਹੜਾ ਪ੍ਰਾਈਡ ਲੈਣਾ ਉਹ ਬਹੁਤ ਜ਼ਰੂਰੀ ਆ। ਇੱਕ ਵਾਰੀ ਅਸੀਂ ਪ੍ਰਾਈਡ ਲੈਣਾ ਸ਼ੁਰੂ ਕਰਾਂਗੇ, ਇੱਕ ਵਾਰੀ ਦੂਜੀ ਜਿਹੜੀ ਮੇਨ ਸਟ੍ਰੀਮ ਆ ਉਹਨੂੰ ਦਿਖਾਉਣਾ ਸ਼ੁਰੂ ਕਰਾਂਗੇ ਕਿ ਕੀ ਕੰਟਰੀਬਿਊਸ਼ਨਸ ਆ, ਹਿਡਨ ਜਿਹੜੀਆਂ ਉਹਨਾਂ ਨੂੰ ਸਾਹਮਣੇ ਲਿਆਉਣੇ ਸ਼ੁਰੂ ਕਰਾਂਗੇ, ਤੇ ਨੈਚੁਰਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਸਿਜ਼ਮ ਦੀ, ਉਹ ਆਪਣੇ ਆਪ ਜਿਹੜੀ ਰਿਜ਼ੋਲਵ ਹੁੰਦੀ ਆ।
ਸਟਿਲ ਮੈਂ ਇਹ ਕਹੂੰਗਾ ਕਿ ਸਿਰਫ ਇੱਕ ਮੂਵੀ ਨਾਲ ਜਾਂ ਥੋੜੀ ਜ਼ਿਆਦਾ ਐਜੂਕੇਸ਼ਨ ਨਾਲ ਰੇਸਿਜ਼ਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜਾ ਸਭ ਤੋਂ ਵੱਡਾ ਫੈਕਟਰ ਆ ਰੇਸਿਜ਼ਮ ਨੂੰ ਖਤਮ ਕਰਨ ਦਾ ਉਹ ਹੈਗਾ ਐਜੂਕੇਸ਼ਨ, ਤੇ ਉਸ ਪਾਥ ਦੇ ਉੱਤੇ ਸਾਨੂੰ ਸਾਡੀ ਕਮਿਊਨਿਟੀ ਨੂੰ ਚੱਲਣਾ ਪਊਗਾ ਜੀ। ਜੀ ਬਿਲਕੁਲ। ਐਂਡ ਆਈ ਥਿੰਕ ਕਾਫੀ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਏ, ਲੇਕਿਨ ਵਰਲਡ ਵਾਰ 1 ਦੇ ਵਿੱਚ ਕਾਫੀ ਸਿੱਖਾਂ ਨੇ ਜਿਹੜੀ ਇਹ ਕੁਰਬਾਨੀਆਂ ਦਿੱਤੀਆਂ ਸੀ। ਉਹਨਾਂ ਵਿੱਚੋਂ ਇੱਕ ਸੀਗੇ ਪ੍ਰਾਈਵੇਟ ਬੁੱਕਮ ਸਿੰਘ, ਜਿਨ੍ਹਾਂ ਦੀ ਜਿਹੜੀ ਗ੍ਰੇਵਸਟੋਨ ਹੈਗੀ ਹੈ ਉਹ ਕਿਚਨਰ ਦੇ ਵਿੱਚ ਹੈਗੀ, ਐਂਡ ਹੀ ਇਜ਼ ਦ ਓਨਲੀ ਸਿੱਖ ਸੋਲਜਰ ਜਿਨ੍ਹਾਂ ਦੀ ਗ੍ਰੇਵਸਟੋਨ ਕੈਨੇਡਾ ਦੇ ਕਿਚਨਰ ਸ਼ਹਿਰ ਦੇ ਵਿੱਚ ਹੈਗੀ ਹੈ। ਬਿਲਕੁਲ ਜਸਲੀਨ, ਉਹਨਾਂ ਦੇ ਨਾਲ ਨਾਲ ਮੈਂ ਇਹ ਵੀ ਮੈਂਸ਼ਨ ਕਰ ਦਵਾਂ ਕਿ ਕਈ ਨਾਮ ਆਉਂਦੇ ਆ ਜਿਹੜੇ ਕਿ ਵਰਲਡ ਵਾਰ 1 ਦੇ ਵਿੱਚ ਇਹਨਾਂ ਨੇ ਸ਼ਹੀਦੀਆਂ ਈਵਨ ਕੈਨੇਡੀਅਨ ਫੋਰਸਿਸ ਦੇ ਵੱਲੋਂ ਦਿੱਤੀਆਂ, ਜਿਹਦੇ ਵਿੱਚ ਕਿ ਹਰੀ ਸਿੰਘ, ਵਰਿਆਮ ਸਿੰਘ, ਕਈ ਨਾਮ ਮੇਰੇ ਕੋਲ ਹੈਗੇ ਆ। ਲੇਕਿਨ ਆਪਾਂ ਇਸ ਵੇਲੇ ਉਹਨਾਂ ਦੀ ਹਿਸਟਰੀ ਥਾਣੀ ਨਹੀਂ ਜਾ ਸਕਦੇ। ਲੇਕਿਨ ਮੈਂ ਇਹ ਕਹੂੰਗਾ ਕਿ ਜੋ ਬੈਕ ਹੋਮ ਤੋਂ ਵੀ, ਇੰਡੀਆ ਤੋਂ ਵੀ ਜੋ ਕੰਟਰੀਬਿਊਸ਼ਨ ਸੀਗੀਆਂ ਉਹ ਕਿਸੇ ਨਾਲੋਂ ਘੱਟ ਨਹੀਂ ਸੀਗੀਆਂ, ਜਿਹਦੇ ਵਿੱਚ ਕੀ ਆਪਾਂ ਸੁਣ ਚੁੱਕੇ ਹਾਂ ਸਾਰਾਗੜੀ ਬਾਰੇ, ਸਾਰਾਗੜੀ ਦੀ ਜਿਹੜੀ ਵਾਰ ਹੋਈ ਸੀ, ਜਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਮੌਂਟੀ ਕਸੀਨੋ ਵਰਲਡ ਵਾਰ 2 ਦੀ, ਜਾਂ ਹੋਰ ਕਈ ਬੈਟਲਸ ਹੈਗੀਆਂ ਜਿੱਥੇ ਕਿ ਸਿੱਖਾਂ ਦੀਆਂ ਬੜੀ ਮੇਜਰ ਕੰਟਰੀਬਿਊਸ਼ਨ ਸੀਗੀ। ਲੇਕਿਨ ਉਹ ਕੰਟਰੀਬਿਊਸ਼ਨ ਉਸ ਤਰ੍ਹਾਂ ਨਾਲ ਉੱਭਰ ਕੇ ਸਾਹਮਣੇ ਨਹੀਂ ਆਈ ਹਿਸਟਰੀ ਦੇ ਵਿੱਚ ਜਿਸ ਤਰ੍ਹਾਂ ਆਣੀ ਚਾਹੀਦੀ ਸੀ। ਜੀ ਬਿਲਕੁਲ। ਚਰਨ ਕਮਲ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇਹ ਫਿਲਮ ਦਾ ਜਿਹੜਾ ਟੀਜ਼ਰ ਹੈਗਾ ਉਹ ਰਿਮੈਂਬਰੈਂਸ ਡੇ ਦੇ ਮੌਕੇ ਉੱਤੇ ਰਿਲੀਜ਼ ਕੀਤਾ ਜਾ ਚੁੱਕਿਆ ਹੈ, ਔਰ ਅਗਲੇ ਸਾਲ ਇਹ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਏਗੀ। ਲੇਕਿਨ ਅਗਲੇ ਸਾਲ ਦੇ ਕਦੋਂ, ਕਿਹੜੇ ਮਹੀਨੇ ਤੱਕ ਇਹ ਫਿਲਮ ਜਿਹੜੀ ਹੈ ਉਹ ਰਿਲੀਜ਼ ਕੀਤੀ ਜਾਏਗੀ? ਸਟੀਵ ਪੁਰੇਵਾਲ ਟੀਮ, ਇਹਨਾਂ ਦੀ ਪੂਰੀ ਕੋਸ਼ਿਸ਼ ਆ ਕਿ ਜਿਹੜੀ ਇਹ ਮੂਵੀ ਆ ਇਹਨੂੰ ਸਿੱਖ ਹੈਰੀਟੇਜ ਮੰਥ ਜਿਹੜਾ ਕਿ ਅਪ੍ਰੈਲ ਦੇ ਵਿੱਚ ਮਨਾਇਆ ਜਾਂਦਾ ਆ ਉਸ ਤੋਂ ਪਹਿਲਾਂ ਰਿਲੀਜ਼ ਕੀਤਾ ਜਾਵੇ। ਬਟ ਇਟ ਡਿਪੈਂਡਸ ਅਪਨ COVID-19 ਸਿਚੁਏਸ਼ਨ ਕਿ ਕਿਸ ਹਿਸਾਬ ਨਾਲ ਇੰਪਰੂਵ ਹੁੰਦੀ ਆ। ਜਿੱਦਾਂ ਆਪਾਂ ਫਾਈਜ਼ਰ ਦਾ ਕੱਲ ਵੈਕਸੀਨੇਸ਼ਨ ਬਾਰੇ ਸੁਣਿਆ ਕਿ ਉਹ ਬਾਹਰ ਆ ਰਿਹਾ ਤੇ 90% ਸਕਸੈਸ ਰੇਟ ਆ। ਜੇ ਉਹ ਰੀਅਲੀ ਟਰੂਥਫੁਲ ਆ ਤੇ ਹੋਪਫੁਲੀ ਵਿਲ ਬੀ ਏਬਲ ਟੂ ਗਿਵ ਫਿਨਿਸ਼ਿੰਗ ਟੱਚਸ ਬਿਫੋਰ ਅਪ੍ਰੈਲ, ਤਾਂ ਕਿ ਅਪ੍ਰੈਲ ਤੱਕ ਉਹਨੂੰ ਰਿਲੀਜ਼ ਕਰ ਸਕੀਏ। ਜੀ ਅਖੀਰ ਦੇ ਵਿੱਚ ਕੋਈ ਸੁਨੇਹਾ ਸਾਡੀ ਆਡੀਅנס ਦੇ ਲਈ? ਬਸ ਆਪਣੀ ਹਿਸਟਰੀ ਨੂੰ ਨਾ ਭੁੱਲੋ, ਆਪਣੀ ਹਿਸਟਰੀ ਨੂੰ ਯਾਦ ਰੱਖੋ, ਉਸ ਹਿਸਟਰੀ ਵਿੱਚ ਪ੍ਰਾਈਡ ਲਾਓ। ਸਾਡੇ ਬਜ਼ੁਰਗਾਂ ਨੇ ਬਹੁਤ ਕੁਝ ਕੀਤਾ ਆ ਜਿਹੜਾ ਕਿ ਹਿਸਟਰੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਿਆ। ਆਈ ਡੋਂਟ ਨੋ ਵਾਈ, ਬਟ ਉਹਨੂੰ ਹੁਣ ਟਾਈਮ ਆ ਕਿ ਉਹਨੂੰ ਆਪਾਂ ਸ਼ਾਮਲ ਕਰੀਏ ਤੇ ਇਦਾਂ ਦੇ ਜਿਹੜੇ ਐਜੂਕੇਸ਼ਨਲ ਮੂਵੀਜ਼ ਜਾਂ ਕੋਈ ਪ੍ਰੋਗਰਾਮਸ ਆ, ਐਗਜ਼ੀਬਿਸ਼ਨਸ ਆ, ਉਹਨਾਂ ਤੋਂ ਸਿੱਖੀਏ ਤੇ ਗਾਹਾਂ ਆਪਾਂ ਸਿਖਾਈਏ। ਜੀ ਬਿਲਕੁਲ। ਐਂਡ ਆਈ ਥਿੰਕ ਇਟਸ ਅ ਗੁੱਡ ਵੇ ਟੂ ਐਜੂਕੇਟ ਕਿਡਸ। ਜਿਹੜੇ ਹੁਣ ਜਿਹੜੀ ਜਨਰੇਸ਼ਨ ਹੈਗੀ ਉਸਨੂੰ ਇਹਨਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈਗਾ। ਐਂਡ ਡੈਫੀਨੇਟਲੀ ਵੀ ਲੁੱਕ ਫਾਰਵਰਡ ਟੂ ਦਿਸ ਐਂਡ ਵੀ ਵਿਸ਼ ਯੂ ਗੁੱਡ ਲੱਕ। ਥੈਂਕ ਯੂ ਸੋ ਮਚ ਫॉर ਜੁਆਇਨਿੰਗ PTC ਪੰਜਾਬੀ ਐਂਡ ਪਲੀਜ਼ ਸਟੇ ਸੇਫ। ਥੈਂਕ ਯੂ ਜਸਲੀਨ, ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਸੋਟਿਆਂ ਨੂੰ। ਸਤਿ ਸ਼੍ਰੀ ਅਕਾਲ। ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਵਿਚਾਰ ਹੈ ਜਾਂ ਫਿਰ ਆਪਣਾ ਕੋਈ ਸਵਾਲ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਫਿਲਹਾਲ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਵੇਖਦੇ ਰਹੋ PTC ਨਿਊਜ਼।